ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ। ਬ੍ਰਹਮਾ ਵਿਸ਼ਨ ਸਿਰੈ ਤੈ ਅਨਤ, ਤਿਨ ਕੋ ਮੋਹ ਭਇਆ ਮਨ ਮਦ ਕਾ। 84 ਲੱਖ ਜੋਨਿ ਪਾਈ, ਰਿਜਕ ਦਿਆ ਸਭ ਹੂੰ ਕੋ ਤਦ ਕਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਜਾ ਕੋ ਭਏ ਕਿਰਪਾਲ ਪ੍ਰਭ, ਹਰਿ ਹਰਿ ਸਈ ਜਪਾਤ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ, ਭੇਟਤ ਸਾਧ ਸੰਗਾਤ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ, ਭੇਟਤ ਸਾਧ ਸੰਗਾਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਨ ਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਥਾਉ ਕੋ ਥਾਉ ਨਾ ਜਾਣਨੀ, ਸਦਾ ਚਿਤ ਵਹਿ ਬੇਕਾਰ। ਦਰਗਹ ਲੇਖਾ ਮੰਗੀਐ, ਓਥੈ ਹੋਹੇ ਕੁੜਿਆਰ। ਆਪੇ ਸ੍ਰਿਸ਼ਟ ਉਪਾਇਨ, ਆਪ ਕਰੇ ਵਿਚਾਰ। ਨਾਨਕ ਕਿਸਨੋ ਆਖੀਐ, ਸਭ ਵਰਤੈ ਆਪ ਸਚਿਆਰ। ਮਨ ਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਾਰ ਕਿਰਪਾ, ਅਪਾਰ ਬਖਸ਼ਿਸ਼, ਅਪਾਰ ਰਹਿਮਤ। ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰੀ ਸ੍ਰਿਸ਼ਟੀ 'ਤੇ, ਸਾਰੇ ਗੁਰਮੁਖਾਂ 'ਤੇ, ਸਾਰੇ ਹੀ ਪ੍ਰੇਮੀਆਂ 'ਤੇ, ਸਾਰਿਆਂ ਹੀ ਭਗਤਾਂ 'ਤੇ ਅੱਠੇ ਪਹਿਰ ਨਿਰੰਤਰ ਵਰਸਾ ਰਹੇ ਹਨ। ਅੰਤਰ ਇਤਨਾ ਕੁ ਹੈ ਕਿ ਉਂਦੇ ਭਾਂਡੇ ਕਛ ਨਾ ਸਮਾਵੈ, ਸੀਧੈ ਅੰਮ੍ਰਿਤ ਪਰੈ ਨਿਹਾਰ। ਬੜਾ ਸੁੰਦਰ ਫਰਮਾਨ ਹੈ ਗੁਰਬਾਣੀ ਦਾ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਉਹ ਵਰਸ ਹੀ ਰਿਹਾ। ਉਹ ਦੁਨਿਆਵੀ ਬੱਦਲ ਨਹੀਂ ਵੀ ਬਰਸਾਤਾਂ ਨੂੰ ਆਇਆ ਤੇ ਫਿਰ ਹਵਾ ਅਸਮਾਨ 'ਤੇ ਲੈ ਕਰਕੇ ਗਈ, ਥੱਲਿਓਂ ਹੀ ਪਾਣੀ ਚੱਕਿਆ ਤੇ ਫਿਰ ਪਾਣੀ ਵਰਖਾ ਤੇ ਵਾਰਸ ਤੇ ਮੀਂਹ ਦੇ ਰੂਪ ਦੇ ਵਿੱਚ ਫਿਰ ਧਰਤੀ 'ਤੇ ਆ ਗਿਆ।
ਅਕਾਲ ਪੁਰਖ ਪਰਮਾਤਮਾ ਇੱਕ ਐਸਾ ਬੱਦਲ ਹੈ, ਐਸੀ ਘਟ ਹੈ, ਐਸਾ ਆਕਾਸ਼ ਹੈ, ਐਸਾ ਅੰਮ੍ਰਿਤ ਜਲ ਹੈ। ਜਲ ਤਾਂ ਹੈ ਹੀ, ਪਰ ਅੰਮ੍ਰਿਤ ਜਲ, ਅੰਮ੍ਰਿਤ ਦੇ ਜੋ ਅਖਰੀ ਅਰਥ ਹਨ ਵੀ ਜਿਹੜਾ ਜਲ ਜੀਵ ਨੂੰ ਜੰਮਣ ਮਰਨ ਤੋਂ ਰਹਿਤ ਕਰ ਦੇਵੇ, ਇਹਨੂੰ ਆਪਣਾ ਤੇ ਪਰਮਾਤਮਾ ਦਾ ਬੋਧ ਕਰਾ ਦੇਵੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਵਿਦਵਾਨ ਰਸਨਾ ਤੋਂ ਆਪ ਸਰੋਤੇ ਜਨ ਆਪਣੇ ਆਪਣੀ ਬੁੱਧੀ ਦੇ ਅਨੁਸਾਰ ਗੁਰਬਾਣੀ ਵਿਚਾਰ, ਗੁਰਬਾਣੀ ਵਿਆਖਿਆ, ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਜੋ ਸਾਰ ਤਤ, ਜੋ ਨਿਚੋੜ ਹੈ ਸਾਰੇ ਗਿਆਨ ਦਾ, ਸਾਰੇ ਧਿਆਨ ਦਾ, ਸਾਰੇ ਜੀਵਨ ਦਾ, ਭਗਤੀ ਤੇ ਬੰਦਗੀ ਦਾ, ਸੁਣਨ ਸੁਣਾਉਣ ਤੇ ਮੰਨਣ ਦਾ, ਉਹ ਇੱਕੋ ਹੀ ਹੈ ਵੀ ਆਪਣਾ ਬੋਧ ਜੀਵ ਨੂੰ ਹੋਵੇ ਵੀ ਮੈਂ ਕੌਣ ਹਾਂ। ਇਹ ਸਤਿਗੁਰਾਂ ਦੇ ਬਚਨ ਹੈ ਵੀ ਮਨੁੱਖ ਦਾ ਸੁਭਾਅ ਬਣ ਗਿਆ ਜਨਮਾਂ ਜਨਮਾਂਤਰਾਂ ਤੋਂ ਬਾਹਰ ਨੱਠਣ ਦਾ, ਜਿਹਨੂੰ ਅਸੀਂ ਬਾਹਰ ਮੁਖ ਬਿਰਤੀ ਕਹਿੰਦੇ ਹਾਂ। ਜਿਹਦਾ ਨਾਂ ਸੁਣਿਆ ਉਹਦੇ ਮਗਰ ਨੱਠ ਪਏ ਵੀ ਇਹ ਰੱਬ ਮਿਲਾ ਦਊਗਾ, ਇਹ ਮੈਨੂੰ ਮੁਕਤ ਕਰ ਦਊਗਾ, ਮੈਨੂੰ ਕਿਤੇ ਪਹੁੰਚਾ ਦਊਗਾ, ਮੈਨੂੰ ਰੱਬ ਮਿਲਾ ਦਊਗਾ। ਹੱਥ ਪੱਲੇ ਕੁਝ ਨਹੀਂ ਪੈਂਦਾ। ਜਦੋਂ ਰੱਬ ਨੇ ਖੁਦ ਮਨੁੱਖੀ ਜਾਮਾ ਧਾਰ ਕੇ ਤੇ ਜੀਵ ਦੀ ਮਾਤਰ ਭਾਸ਼ਾ ਦੇ ਵਿੱਚ, ਜੀਵ ਦੀ ਬੋਲੀ ਦੇ ਵਿੱਚ ਇਸ ਨੂੰ ਆਖਿਆ ਵੀ ਤੂੰ ਜੋਤ ਸਰੂਪ ਹੈ। ਹੁਣ ਕਿਸੇ ਨੇ ਆਖਿਆ ਹੋਵੇ ਵੀ ਸਭ ਕੁਛ ਘਰ ਮੈਂ, ਸਭ ਕੁਛ ਤੇਰੇ ਘਰ ਦੇ ਵਿੱਚ ਹੈ, ਮਨੁੱਖ ਫੇਰ ਬਾਹਰ ਨੱਠਾ ਭੱਜਾ ਫਿਰੇ। ਇਹ ਪਹਿਲੇ ਕਦਮ ਤੋਂ ਹੀ ਉੱਕ ਗਿਆ, ਇਹਨੇ ਗਲਤ ਰਸਤਾ ਪਕੜ ਲਿਆ। ਜਦੋਂ ਗਲਤ ਰਸਤੇ ਸਫ਼ਰ ਹੋ ਰਿਹਾ ਹੋਵੇ ਨਾ, ਗੁਰਮੁਖੋ ਜਿੰਨਾ ਵੀ ਸਬਰ ਕਰੋਗੇ, ਸਫ਼ਰ ਕਰੋਗੇ, ਤੁਸੀਂ ਮੰਜ਼ਿਲ ਤੋਂ ਦੂਰ ਜਾਓਗੇ। ਤੁਸੀਂ ਲੱਖ ਮੰਨੋ ਕਿ ਮੰਜ਼ਿਲ ਨਜ਼ਦੀਕ ਆ ਜਾਵੇਗੀ। ਜਿੰਨਾ ਵੀ ਸਫ਼ਰ ਹੋਵੇਗਾ ਗਲਤ, ਉਹ ਮੂਲ ਤੋਂ ਤੇ ਮੰਜ਼ਿਲ ਤੋਂ ਇਹ ਜੀਵ ਦੂਰ ਜਾਵੇਗਾ। ਇਹ ਜੋ ਵਿਚਾਰ ਹੈ, ਇਸ ਵਿਚਾਰ ਦੇ ਮੁਤਲਕ ਸਤਿਗੁਰਾਂ ਦੇ ਬਚਨ ਹੈ ਵੀ ਗਾਥਾ, ਗਾਥਾ ਕਹਿੰਦੇ ਵਿਆਖਿਆ ਨੂੰ, ਸ਼ਬਦ ਨੂੰ ਖੋਲ੍ਹਣ ਨੂੰ। ਪਹਿਲਾਂ ਤਾਂ ਸ਼ਬਦ ਨੂੰ ਸਮਝਣ ਵਾਸਤੇ ਸ਼ਬਦ ਦੇ ਵਿੱਚ ਇਸ ਦਾ ਧਿਆਨ ਹੀ ਇੰਨਾ ਹੋਣਾ ਚਾਹੀਦਾ, ਇਹ ਕੇਂਦਰਿਤ ਹੀ ਇੰਨਾ ਹੋ ਜਾਵੇ ਕਿ ਇਹ ਸਭ ਕੁਝ ਭੁੱਲ ਜਾਵੇ ਧਿਆਨ ਦੇਣਾ। ਕਿਉਂਕਿ ਸਵਾਲ ਉੱਠਦਾ ਵੀ ਸਮਝ ਕਿਉਂ ਨਹੀਂ ਆ ਰਿਹਾ। ਹੁਣ ਜਿਨ੍ਹਾਂ ਨੂੰ ਸਮਝ ਆਇਆ ਉਹਨਾਂ ਨੇ ਜੋ ਦੱਸਿਆ ਉਹ ਤਾਂ ਸਾਨੂੰ ਮੰਨਣਾ ਪਵੇਗਾ ਨਾ। ਜਿਨ੍ਹਾਂ ਨੂੰ ਸਮਝ ਆਇਆ ਉਹਨਾਂ ਨੇ ਗੁਰਬਾਣੀ ਦੁਆਰਾ ਸਾਨੂੰ ਦੱਸਿਆ। ਕੀ ਦੱਸਿਆ? ਵੀ ਸੁਨ ਸਮਾਦ ਅਨਹਤ ਤਹਿਨਾਦ, ਅਨਹਤ ਤਹਿਨਾਦ ਸੁਨ ਸਮਾਦ। ਤੇ ਤੁਸੀਂ ਸੁਣ ਕਹਿ ਦੋਗੇ ਜਿੱਥੇ ਰੌਲਾ ਪੈਂਦਾ ਹੋਵੇ। ਕੀ ਕਹਿੰਦੇ? ਜਿੱਥੇ ਆਪਾਂ ਗੱਲਾਂ ਬਾਤਾਂ ਕਰਦੇ ਹੋਈਏ ਉੱਥੇ ਕਹਿ ਦਾਂਗੇ ਵੀ ਸਨਾਟਾ ਛਾ ਆਇਆ ਸੀ, ਕੋਈ ਆਵਾਜ਼ ਨਹੀਂ ਸੀ। ਨਹੀਂ ਕਹਿ ਸਕਦੇ ਨਾ। ਪਰ ਅਸੀਂ ਕਹਿ ਵੀ ਰਹੇ ਹਾਂ, ਅਸੀਂ ਗੱਲਾਂ ਵੀ ਕਰਨੀਆਂ, ਰੌਲਾ ਵੀ ਪਾਉਣਾ, ਚੁੱਪ ਵੀ ਨਹੀਂ ਬੈਠ ਸਕਦੇ। ਫਿਰ ਸਮਝ ਕੀ ਆਵੇਗਾ? ਹੁਣ ਉਹ ਤਾਂ ਇੰਨੀ ਕੁ ਕਿਰਪਾ ਤਾਂ ਕਰ ਸਕਦੇ ਨਾ ਵੀ ਜੇ ਕੋਈ ਰੂਹ ਸੁਣਨ ਵਾਸਤੇ ਬੈਠੀ ਹੈ, ਜੇ ਕੋਈ ਪੂਰੀ ਤਿਆਰੀ ਕਰਕੇ ਆਇਆ ਵੀ ਮੈਂ ਸਮਝਣਾ, ਆਪਾਂ ਉਹਦੀ ਮਦਦ ਹੀ ਕਰੀਏ। ਮਦਦ ਤੋਂ ਭਾਵ ਕਿ ਉਹਨੂੰ ਮਾਹੌਲ ਦੇ ਦਈਏ ਕਿ ਉਹ ਸਮਝ ਸਕੇ, ਉਹਦੇ ਕੁਝ ਪੱਲੇ ਪੈ ਸਕੇ। ਇੰਨਾ ਕੁ ਤਾਂ ਕੁਝ ਕਰ ਸਕਦੇ ਨਾ। ਹੁਣ ਸਤਿਗੁਰਾਂ ਦਾ ਬਚਨ ਵੀ ਸੁਨ ਸਮਾਦ, ਸਮਾਧੀ ਕਿੱਥੇ ਆ? ਸੁਨ 'ਚ।
ਤੇ ਕਿਹਦੇ ਵਿੱਚ ਸਮਾਧੀ ਆ? ਸਮਾਧੀ ਦਾ ਅਰਥ ਕੀ ਹੁੰਦਾ ਕਿ ਸਮਾ ਜਾਣਾ ਕਿਸੇ ਦੇ ਵਿੱਚ। ਕਿਹਦੇ 'ਚ ਸਮਾ ਜਾਣਾ? ਸ਼ਬਦ 'ਚ, ਪਰਮਾਤਮਾ 'ਚ। ਇਹ ਗੁਰਬਾਣੀ ਦੇ ਬਚਨ ਹੈ। ਕਿਉਂਕਿ ਪੂਰੀ ਜ਼ਿੰਦਗੀ ਪੜ੍ਹਦੇ ਰਹੀਏ, ਪੂਰੀ ਜ਼ਿੰਦਗੀ ਸੁਣਦੇ ਰਹੀਏ, ਪੂਰੀ ਜ਼ਿੰਦਗੀ ਵਿਆਖਿਆ ਕਰਦੇ ਤੇ ਸੁਣਦੇ ਰਹੀਏ, ਪੱਲੇ ਉਦੋਂ ਤੱਕ ਕੁਛ ਨਹੀਂ ਪੈਣਾ ਜਿੰਨਾ ਚਿਰ ਅੰਦਰ ਸਨਾਟਾ ਨਾ ਛਾਇਆ, ਅਸੀਂ ਤਿਆਰ ਨਾ ਹੋਏ ਸਮਝਣ ਵਾਸਤੇ। ਇਹ ਤਿਆਰੀ ਤੋਂ ਬਗੈਰ ਜੀਵ ਦੇ ਸਮਝ ਨਹੀਂ ਆ ਸਕਦੀ। ਇਹ ਸਤਿਗੁਰਾਂ ਦੇ ਬਚਨ ਹੈ ਕਿ ਗਾਥਾ ਗੂੜ ਅਪਾਰੰ। ਗਾਥਾ ਤਾਂ ਹੋ ਗਈ ਵਿਆਖਿਆ, ਗੂੜ ਮਤਲਬ ਅਤੀ ਡੂੰਘੀ। ਤੇ ਕਿਹਦੀ ਗਾਥਾ, ਕਿਸ ਦੀ ਕਥਾ? ਜਿਹਦਾ ਪਾਰਾਵਾਰ ਕੋਈ ਨਹੀਂ, ਜਿਹਦਾ ਅੰਤ ਕੋਈ ਨਹੀਂ। ਹੁਣ ਉਸ ਨੂੰ ਸਮਝਣਾ। ਗਾਥਾ ਗੂੜ ਅਪਾਰੰ। ਫਿਰ ਮਹਾਰਾਜ ਵੀ ਕਿਸੇ ਨੇ ਵੀ ਨਹੀਂ ਸਮਝਿਆ ਹੋਣਾ। ਕਹਿੰਦੇ ਸਮਝਨੰ ਬਿਰਲੇ ਜਨੈ। ਸਮਝਿਆ ਜਿਨ੍ਹਾਂ ਨੇ ਸਮਝਣ ਦੀ ਤਿਆਰੀ ਕੀਤੀ। ਜਿਹੜੇ ਸਮਝਣ ਵਾਸਤੇ ਆਏ, ਸਮਝਣ ਵਾਸਤੇ ਜਿਨ੍ਹਾਂ ਨੇ ਪੜ੍ਹਿਆ, ਸਮਝਣ ਵਾਸਤੇ ਸੁਣਿਆ, ਸਮਝਾਉਣ ਵਾਸਤੇ ਹੀ ਸੁਣਾਇਆ, ਤੇ ਉਹਨਾਂ ਨੇ ਇਸ ਗੱਲ ਦੀ ਪਕੜ ਕੀਤੀ। ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨੈ ਹਤੰ ਪੰਚ ਸਤਰੇਨ ਨਾਨਕ ਹਰ ਬਾਣੇ ਪਰਹਾਰਨੈ ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਨੈ ਰਹੰਤਾ ਜਨਮ ਮਰਨੇਨ ਰਮਨੰ ਨਾਨਕ ਹਰ ਕੀਰਤਨੈ। ਗਾਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ। ਕਰਪੂਰ ਪੋਹਿਪ ਸਗੰਧਾ ਪਰਸ ਮਨੁਖ ਦੇਹ ਮਲੀਨੰ ਮੱਝਾ ਰੁਦਰ ਦਰਗੰਧਾ ਨਾਨਕ ਅਥ ਗਰਵੇਨ ਅਗਿਆਨਨੋ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸੇ ਖੰਡਣੈ ਗਛੇਨ ਨੈਨ ਪਾਰੇਨ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ। ਕਿਉਂਕਿ ਸਮਝਾਉਣ ਵਾਲਾ ਕੋਈ ਚਾਹੀਦਾ, ਪਰ ਸਮਝਾਉਣ ਵਾਲੇ ਤੋਂ ਪਹਿਲਾਂ ਜਿਸ ਨੇ ਸਮਝਣਾ ਉਸ ਦੀ ਤਿਆਰੀ ਚਾਹੀਦੀ ਹੈ। ਕੋਈ ਐਸਾ ਸਕੂਲ ਨਹੀਂ ਤੁਸੀਂ ਦੇਖਿਆ ਪੜ੍ਹਨ ਵਾਲਾ ਕੋਈ ਨਾ ਹੋਵੇ, ਬਿਲਡਿੰਗ ਹੋਵੇ, ਪੜ੍ਹਨ ਵਾਲਾ ਕੋਈ ਨਾ ਹੋਵੇ ਤੇ ਟੀਚਰ ਬੈਠਾ ਹੋਵੇ, ਜਾਵੇ ਤੇ ਟਾਈਮ ਨਾਲ ਆਵੇ। ਉਹ ਪਾਗਲ ਤਾਂ ਹੋ ਸਕਦਾ ਪਰ ਟੀਚਰ ਨਹੀਂ ਹੋ ਸਕਦਾ। ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੂਰੇ ਸੰਸਾਰ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼, ਕਿੰਨੀਆਂ ਕੁ ਮਤਲਬ ਉਦਾਹਰਨਾਂ, ਕਿੰਨੇ ਕੁ ਪ੍ਰਮਾਣ, ਕਿੰਨੇ ਕੁ ਇਹਦੇ ਜੀਵਨ ਦੇ ਨਾਲ ਘਟਨਾ ਨਿੱਤ ਜੋ ਘਟਦੀਆਂ, ਇਹ ਜਿਨ੍ਹਾਂ ਪੰਛੀਆਂ ਨੂੰ, ਜਾਨਵਰਾਂ ਨੂੰ, ਜ਼ਮੀਨ ਅਸਮਾਨ, ਬਨਸਪਤੀ, ਫਸਲ ਵਾੜੀ, ਪੌਦੇ ਬੂਟੇ, ਫੁੱਲ ਫਲ ਸਭ ਦੇਖਦਾ, ਉਹਨਾਂ ਦਾ ਨਾਮ ਲੈ ਕੇ ਇਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਤੇ ਜੇ ਕੋਈ ਉੱਠਣ ਦੀ ਕੋਸ਼ਿਸ਼ ਹੀ ਨਾ ਕਰੇ ਵੀ ਮੈਂ ਉੱਠਣਾ ਹੀ ਨਹੀਂ, ਉੱਥੇ ਰੱਬ ਕਹਿੰਦਾ ਮੇਰੇ ਵੀ ਹੱਥ ਖੜੇ ਆ ਵੀ ਤੂੰ ਖੁਸ਼ ਹੈ, ਫਿਰ ਫਸਿਆ ਰਹਿ। ਹੁਣ ਆਪਣੇ ਜੀਵਨ ਦਾ ਇੱਕ ਇਹੋ ਜਿਹਾ ਨਕਸ਼ਾ ਗੁਰਬਾਣੀ ਦੀ ਕੁੰਜੀ ਬਾਣੀ ਭਾਈ ਗੁਰਦਾਸ ਜੀ ਨੇ ਖਿੱਚਿਆ। ਕਿਉਂਕਿ ਜੋ 1248 ਤੇ ਜਿਸ ਸ਼ਲੋਕ ਦੇ ਤੁਸੀਂ ਜਾਪ ਸਰਵਣ ਕੀਤੇ, ਇਹ ਅੰਮ੍ਰਿਤ ਰਸਨਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ। ਉਹਨਾਂ ਨੇ ਇਸ ਮਨੁੱਖ ਦਾ ਜੀਵਨ ਦੱਸਿਆ। ਇਹਦੇ ਜੀਵਨ ਵੀ ਕੈਸਾ ਜੀਵਨ ਹੈ, ਕਿਸ ਦਾ? ਜਿਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ, ਨਾ ਰੱਬ ਨੂੰ ਸਮਝਣਾ ਚਾਹੁੰਦਾ, ਨਾ ਰੱਬ ਨੂੰ ਪੜ੍ਹਨਾ ਚਾਹੁੰਦਾ, ਨਾ ਰੱਬ ਨੂੰ ਸੁਣਨਾ ਚਾਹੁੰਦਾ, ਉਸ ਦਾ ਜੀਵਨ ਦੱਸਿਆ। ਪਰ ਜਦੋਂ ਸਾਰਾ ਜੀਵਨ ਖਤਮ ਹੋ ਜਾਂਦਾ, ਫਿਰ ਦਹੱਥੜੀਆਂ ਮਾਰ ਮਾਰ ਕੇ ਪਿੱਟਦਾ ਤੇ ਰੋਂਦਾ, ਪਰ ਉਸ ਵਕਤ ਦਾ ਰੋਇਆ ਹੋਇਆ ਕੀਤਾ ਕਛੂ ਨਾ ਹੋਵੇ, ਲਿਖਿਆ ਧੁਰ ਸੰਜੋਗ ਵਿੱਚ ਨਾ ਕੋਈ ਕਰ ਸਕੈ, ਕਿਸਥੈ ਰੋਵੈ ਰੋਜ। ਕਿਉਂਕਿ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਹੁਣ ਗੁਰਬਾਣੀ ਦੀ ਕੁੰਜੀ ਬਾਣੀ ਨੇ ਐਸਾ ਖੋਲ੍ਹਿਆ, ਪਤਾ ਭਾਈ ਗੁਰਦਾਸ ਸਾਹਿਬ ਜੀ ਕੀ ਪ੍ਰਮਾਣ ਦਿੰਦੇ
ਕਹਿੰਦੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ, ਨੈਣ ਉਗਰਤ ਵਾਈ ਠਾਓ ਹੀ ਠਿਕਾਨੋ ਹੈ। ਜੈਸੇ ਜੇਵਰੀ ਵਟਤ ਆਂਦਰੋ ਅਚਿਤ ਚਿਤ, ਖਾਤ ਚਾਤ ਬਛਰੋ ਟਟੋਰੇ ਪਛਤਾਣੋ ਹੈ। ਜੈਸੇ ਮ੍ਰਿਗ ਤ੍ਰਿਖਾਵੰਤ ਧਾਵੈ, ਮ੍ਰਿਗ ਤਿਖਾਵੰਤ ਆਵਤ ਨਾ ਸ਼ਾਂਤ, ਭ੍ਰਮ ਭ੍ਰਮ ਤੋਂ ਪਛਤਾਣੋ ਹੈ। ਤੈਸੇ ਸੁਪਨੰਤਰ ਦਸੰਤਰ ਵਿਆਏ ਗਹੀ, ਪਹੁੰਚ ਨਾ ਸਕਿਓ ਤਾਹਾਂ ਜਹਾਂ ਮੋਹੇ ਜਾਣੋ ਹੈ। ਕਹਿੰਦੇ ਜਿਸ ਮੰਜ਼ਿਲ 'ਤੇ ਜੀਵ ਨੇ ਪਹੁੰਚਣਾ ਸੀ, ਇਹ ਪਹੁੰਚ ਨਾ ਸਕਿਆ। ਭਾਈ ਸਾਹਿਬ ਜੀ ਨੂੰ ਪੁੱਛਿਆ ਵੀ ਤੁਸੀਂ ਗੁਰੂ ਘਰ ਦੇ ਵੇਦ ਵਿਆਸ ਹੋ, ਮਹਾਨ ਕਥਾਵਾਚਕ ਹੋ, ਤੁਹਾਡੇ ਹੱਥੀਂ ਇਹ ਨਾਮ ਬਾਣੀ ਦਾ ਜਹਾਜ਼ ਤਿਆਰ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ, ਤੇ ਆਪ ਕਿਰਪਾ ਕਰੋ ਵੀ ਇਹ ਜੀਵ ਕਿਉਂ ਭੁੱਲਿਆ ਹੋਇਆ ਤੇ ਜੀਵਨ ਇਹ ਕਿਸ ਪਾਸੇ ਲੈ ਕੇ ਜਾ ਰਿਹਾ ਤੇ ਕੀ ਇਸ ਨੇ ਸਮਝ ਲਿਆ। ਤੇ ਬਹੁਤ ਸੁੰਦਰ ਪ੍ਰਮਾਣ ਦਿੱਤਾ। ਕਹਿੰਦੇ ਪ੍ਰੇਮੀਓ, ਜਿਸ ਤਰ੍ਹਾਂ ਤੇਲੀ ਨੇ ਬੌਲਦ ਨੂੰ ਜੋੜਿਆ ਹੁੰਦਾ ਨਾ ਕੋਹਲੂ ਤੇ ਤੇਲ ਕੱਢਣ ਵਾਸਤੇ, ਪੁਰਾਤਨ ਸਮਿਆਂ ਦੇ ਵਿੱਚ ਕਹਿੰਦੇ ਬੌਲਦ ਦੇ ਅੱਖਾਂ 'ਤੇ ਖੋਪੇ ਲਾ ਦਿੱਤੇ ਜਾਂਦੇ ਸੀ, ਉਹਦੇ ਗਲ 'ਚ ਜਾਤਰੂ ਜਾਂ ਟੱਲੀ ਪਾ ਦਿੱਤੀ ਜਾਂਦੀ ਸੀ, ਉਹ ਉਹਦੇ ਪੈਰਾਂ 'ਚ ਵੱਜਦਾ ਆ ਤੇ ਉਹ ਸਵੇਰ ਦਾ ਜੋੜਿਆ, ਸ਼ਾਮਾਂ ਪੈ ਗਈਆਂ, ਸਾਡੇ ਵਾਂਗੂ ਸੋਚੀ ਜਾਂਦਾ ਵੀ ਮੈਂ ਸਵੇਰ ਦਾ ਤੁਰਿਆ, ਪਤਾ ਨਹੀਂ ਕਿੱਥੇ ਕੁ ਪਹੁੰਚ ਗਿਆ, ਕਿੰਨਾ ਸਫ਼ਰ ਕਰ ਲਿਆ। ਇਸੇ ਤਰ੍ਹਾਂ ਮਨੁੱਖ ਪੈਸੇ ਕਮਾਉਣ 'ਚ, ਜ਼ਮੀਨ ਜਾਇਦਾਦ ਬਣਾਉਣ 'ਚ, ਆਪਣੀ ਪਹਿਚਾਣ ਬਣਾਉਣ 'ਚ, ਆਪਣੀ ਪ੍ਰਸਿੱਧੀ ਦੇ ਵਿੱਚ ਤੇ ਅਹੁਦਾ ਪਦਵੀਆਂ ਦੀ ਪ੍ਰਾਪਤੀ ਵਾਸਤੇ ਸਾਰੀ ਜ਼ਿੰਦਗੀ ਇਹ ਲਾ ਦਿੰਦਾ। ਮੌਤ ਦੇ ਵਕਤ ਪਤਾ ਲੱਗਦਾ ਵੀ ਮੈਂ ਕਿਤੇ ਵੀ ਨਹੀਂ ਪਹੁੰਚਿਆ, ਮੇਰੇ ਹੱਥ ਪੱਲੇ ਕੁਝ ਵੀ ਨਹੀਂ ਲੱਗਾ, ਕਿਉਂਕਿ ਜੋ ਹੱਥ ਪੱਲੇ ਲੱਗਣਾ ਸੀ ਉਹ ਪਰਮੇਸ਼ਰ ਦਾ ਨਾਮ ਸੀ, ਸਿਮਰਨ ਸਾਧਨਾ ਸਤਸੰਗਤ ਦੀਆਂ ਘੜੀਆਂ ਸੀ, ਆਪਣੇ ਆਪ ਦੀ ਪਹਿਚਾਣ ਸੀ। ਆਪਣੀ ਪਹਿਚਾਣ ਤੋਂ ਬਾਅਦ ਹੀ ਪਰਮਾਤਮਾ ਦੀ ਪਹਿਚਾਣ ਹੋਣੀ ਸੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਵੀ ਆਪਣੇ ਮੂਲ ਨੂੰ ਪਛਾਣ, ਤੈਨੂੰ ਮੂਲ ਤੋਂ ਪਤਾ ਲੱਗੂਗਾ ਕਿ ਮੈਂ ਕਿਸ ਦੇ ਆਸਰੇ ਹਾਂ, ਮੈਨੂੰ ਸਵਾਸ ਕੌਣ ਦੇ ਰਿਹਾ, ਮੇਰੀ ਪ੍ਰਤਿਪਾਲਣਾ ਕੌਣ ਕਰ ਰਿਹਾ। ਜਦੋਂ ਆਪਣੇ ਆਪ ਤੋਂ ਮਹਿਸੂਸ ਹੋਵੇਗਾ, ਫਿਰ ਪੂਰੇ ਸੰਸਾਰ ਦਾ ਤੈਨੂੰ ਪਤਾ ਲੱਗ ਜਾਵੇਗਾ ਵੀ ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣ ਹਾਰ ਜੀਓ। ਹੁਣ ਆਪਣਾ ਹੀ ਨਹੀਂ ਪਤਾ ਤੇ ਰੱਬ ਬਾਰੇ ਤੇ ਸੰਸਾਰ ਬਾਰੇ ਇਹ ਕੀ ਦੱਸੇ, ਉਹੀ ਕੁਝ ਦੱਸੇ ਤੇ ਜੋ ਇਸ ਨੂੰ ਦਿਖਦਾ ਇਹ ਆਪਣੀ ਜਗ੍ਹਾ ਸੱਚਾ ਹੈ। ਪਰਮਾਤਮਾ ਤਾਂ ਹੈ ਹੀ ਸੱਚਾ। ਪਰਮਾਤਮਾ ਦੇ ਪਿਆਰੇ ਇਸ ਜੀਵ ਦੇ ਭਲੇ ਵਾਸਤੇ ਜੋ ਕਿਰਪਾ ਕਰ ਰਿਹਾ ਉਹ ਆਪਣੀ ਜਗ੍ਹਾ ਸੱਚੇ। ਪਰ ਇਸ ਤਰ੍ਹਾਂ ਦਾ ਜੀਵਨ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ, ਉਹ ਕਹਿੰਦਾ ਬੜੇ ਕੋ ਪੈਂਡਾ ਮੈਂ ਕਰ ਲਿਆ। ਕਹਿੰਦੇ ਸ਼ਾਮਾਂ ਪਈਆਂ ਤੇ ਉਸ ਤੇਲੀ ਨੇ ਬੌਲਦ ਦੀਆਂ ਅੱਖਾਂ 'ਚੋਂ ਖੋਪੇ ਲਾਏ, ਗਲ ਦੇ ਵਿੱਚੋਂ ਜਾਤਰੂ ਟੱਲੀ ਉਤਾਰੀ, ਉਸਨੇ ਦਿਮਾਗ ਛਿਣਕਿਆ। ਜਦੋਂ ਪੰਜਾਲੀ ਲਾਈ ਦੀ ਸੀ ਨਾ ਬੌਲਤਾਂ ਤੋਂ, ਜੇ ਹਲ ਵੀ ਵਾਹੁੰਦੇ ਆ ਤੇ ਉਹ ਧੌਣ ਹਿਲਾ ਕੇ ਆਲਾ ਦੁਆਲਾ ਦੇਖਦੇ। ਭਾਈ ਗੁਰਦਾਸ ਜੀ ਕਹਿੰਦੇ, ਉਹ ਕਹਿੰਦਾ ਵੀ ਮੈਂ ਤਾਂ ਸਮਝਿਆ ਬਹੁਤ ਸਫ਼ਰ ਕੀਤਾ ਹੋਣਾ, ਮੈਂ ਤਾਂ ਇੱਥੇ ਘੁੰਮੀ ਜਾਂਦਾ। ਮਨੁੱਖ ਆਪਣੇ ਜੀਵਨ 'ਚ ਸੰਸਾਰਕ ਪ੍ਰਾਪਤੀਆਂ ਕਰਕੇ ਕਹਿੰਦਾ ਬਹੁਤ ਪ੍ਰਾਪਤੀਆਂ ਕੀਤੀਆਂ, ਮੌਤ ਵੇਲੇ ਪਤਾ ਲੱਗਦਾ ਕਿਤੇ ਨਹੀਂ ਮੈਂ ਗਿਆ, ਮੈਂ ਉੱਥੇ ਦਾ ਉੱਥੇ ਖੜੋਤਾ। ਇੱਕ ਪ੍ਰਮਾਣ। ਦੂਸਰਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਇਸ ਕਵਿਤ ਦੇ ਵਿੱਚ ਦਿੱਤਾ, ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿਤ, ਖਾਤ ਚਾਤ ਬਛਰੋ ਟਟੋਰੇ ਪਛਤਾਣੋ ਹੈ। ਕਹਿੰਦੇ ਦੇਵ ਨੇਤ ਕਰਮਾਂ ਦੇ ਅਨੁਸਾਰ ਨਿਗਾਹ ਜਮਾਦਰੂ ਤੋਂ ਮਿਲੀ ਨਹੀਂ। ਹੁਣ ਮਾਤਾ ਪਿਤਾ ਨੇ ਕਿਹਾ ਵਿਹਲੇ ਨੂੰ ਤਾਂ ਅਸੀਂ ਪ੍ਰਸ਼ਾਦਾ ਦੇ ਨਹੀਂ ਸਕਦੇ, ਹੁਣ ਅੱਖਾਂ ਤੋਂ ਬਗੈਰ ਜਿਹੜਾ ਕੰਮ ਹੁੰਦਾ ਉਹੀ ਕਰ, ਤੇ ਉਸ ਨੂੰ ਸਣ ਦੀਆਂ ਰੱਸੀਆਂ ਵੱਟਣ ਵਾਸਤੇ ਭੇਜ ਦੇਣਾ। ਉਹਨੇ ਰੋਜ਼ ਰੱਸੀਆਂ ਵੱਟਣੀਆਂ ਤੇ ਸ਼ਾਮ ਨੂੰ ਆ ਜਾਣਾ। ਇੱਕ ਦਿਨ ਐਸਾ ਹੋਇਆ, ਸਵੇਰੇ ਉਹਨੇ ਚੌਂਕੜੀ ਲਾਈ ਤੇ ਪਾਣੀ ਲਾ ਲਾ ਕੇ ਸਣ ਦੀਆਂ ਰੱਸੀਆਂ ਵੱਟਣੀਆਂ ਸ਼ੁਰੂ ਕਰਤੀਆਂ। ਸ਼ਾਮਾਂ ਪਈਆਂ ਤੇ ਰਾਹੀ ਨੂੰ ਆਵਾਜ਼ ਮਾਰੀ ਵੀ ਵਰਖੁਰਦਾਰ। ਰਾਹੀ ਤੁਰਿਆ ਜਾਂਦੇ ਨੂੰ ਕਿਹਾ ਵੀ ਮੇਰੀ ਰੱਸੀ ਮੜ ਜੇ ਮਿਣ ਦੇਈ।
ਵੀ ਮੈਂ ਸਵੇਰ ਦਾ ਵੱਟਣ ਲੱਗਾ ਆ, ਵੀ ਕਿੰਨੇ ਗਜ ਮੀਟਰ ਹੋਈ ਆ, ਦੁਕਾਨਦਾਰ ਨੂੰ ਦੇ ਕੇ ਤਾਂ ਪੈਸੇ ਲੈ ਕੇ ਮੈਂ ਘਰ ਨੂੰ ਜਾਵਾਂਗਾ। ਉਹ ਰਾਹੀ ਕਹਿੰਦਾ ਵੀ ਇਹਨੂੰ ਦਿਖਦਾ ਨਹੀਂ ਲੱਗਦਾ। ਉਹਨੇ ਵਾਕਿਆ ਹੀ ਦੇਖਿਆ ਵੀ ਇਹਨੂੰ ਦਿਖਦਾ ਨਹੀਂ। ਉਹਨੇ ਕੀ ਦੇਖਿਆ ਵੀ ਰੱਸੀ ਮੈਂ ਮਿਲਣੀ ਕੀ ਆ, ਤੇ ਮੋਰੇ ਬੱਚਾ ਖੜਾ, ਤੇਰੇ ਹੱਥ 'ਚ ਜਿਹੜੀ ਰੱਸੀ ਆ ਉਹੀ ਬਾਕੀ ਆ, ਜਿਹੜੀ ਢੇਰ ਲੱਗਣਾ ਸੀ ਉਹ ਤਾਂ ਨਾਲੋਂ ਨਾਲ ਬੱਚਾ ਖਾਈ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਤੇਰੀ ਪ੍ਰਾਪਤੀ ਕੀ ਹੋਣੀ ਆ, ਜੋ ਕੁਛ ਤੂੰ ਕਰ ਰਿਹਾ ਤੇਰਾ ਇੱਕ ਇੱਕ ਸਵਾਸ ਕਾਲ ਦੇ ਮੂੰਹ 'ਚ ਜਾ ਰਿਹਾ। ਇਹ ਜਿਹੜਾ ਸਮਾਂ ਹੈ ਬਿਲਕੁਲ ਨਿਸਫਲ ਜਾ ਰਿਹਾ। ਖਸਮ ਬਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਤ ਸੁਨਾ। ਜਿਹੜਾ ਸਵਾਸ ਤੇਰੇ ਪਾਸ ਹੈ ਉਹੀ ਰਹਿ ਗਿਆ, ਬਾਕੀ ਤਾਂ ਬਰਬਾਦ ਹੋ ਗਿਆ ਸੰਸਾਰਿਕ ਧੰਦੇ ਧੰਦਾਰਾਂ 'ਚ ਤੇ ਸਿਮਰਨ ਬੰਦਗੀ ਭਗਤੀ ਤੋਂ ਬਗੈਰ। ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿਤ, ਖਾਤ ਚਾਤ ਬਛਰੋ ਟਟੋਰੇ ਪਛਤਾਣੋ ਹੈ। ਜਦੋਂ ਅੱਖਾਂ ਵਾਲੇ ਨੇ ਦੱਸਿਆ ਵੀ ਜਿੰਨੀ ਰੱਸੀ ਸਵੇਰ ਦੀ ਮਿਹਨਤ ਕੀਤੀ ਇਹ ਖਾ ਗਿਆ ਬੱਚਾ, ਉਹਨੇ ਦਹੱਥੜੀਆਂ ਮਾਰੀਆਂ ਤੇ ਪਛਤਾਇਆ, ਰੋਣ ਲੱਗ ਪਿਆ ਵੀ ਅੱਜ ਤਾਂ ਸਾਰਾ ਦਿਨ ਵਿਅਰਥੇ ਚਲ ਗਿਆ। ਇਸੇ ਤਰ੍ਹਾਂ ਇਹ ਦਿਨ ਰੂਪੀ ਜ਼ਿੰਦਗੀ ਮਨੁੱਖ ਦੀ ਦਿਨ ਰਾਤ ਇੱਕ ਕਰਕੇ ਖਤਮ ਹੋ ਗਈ। ਜਦੋਂ ਐਨ ਮੌਤ ਦਾ ਸਮਾਂ ਆ ਗਿਆ ਤੇ ਕੁਝ ਇਹਦੇ ਹੱਥੇ ਪੱਲੇ ਨਾ ਲੱਗਾ, ਬਸ ਪਛਤਾਵਾ ਹੀ ਹੱਥ ਦੇ ਵਿੱਚ ਰਹਿ ਗਿਆ। ਦੋ ਪ੍ਰਮਾਣ। ਤੀਸਰਾ ਪ੍ਰਮਾਣ ਦਿੰਦੇ ਹਨ ਭਾਈ ਗੁਰਦਾਸ ਜੀ ਵੀ ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ। ਕਹਿੰਦੇ ਰੇਤਾ ਸੀ, ਸਿਖਰ ਦੁਪਹਿਰਾ ਸੀ, ਮਾਰੂ ਥਲ ਦੀ ਜ਼ਮੀਨ ਸੀ, ਹਿਰਨ ਨੂੰ ਪਿਆਸ ਬੜੀ ਲੱਗੀ ਸੀ। ਉਹਨੂੰ ਰੇਤੇ ਦਾ ਭੁਲੇਖਾ ਪਿਆ ਵੀ ਪਾਣੀ ਦਾ ਛੱਪੜਿਆ ਤੇ ਪਾਣੀ ਪੀ ਕੇ ਨਾ ਮੈਂ ਪਿਆਸ ਮਿਟਾ ਲਾਂ। ਠੀਕ ਉਸ ਹਿਰਨ ਦੀ ਤਰ੍ਹਾਂ ਮਨੁੱਖ ਨੂੰ ਪਦਾਰਥਾਂ ਦੀ ਪਿਆਸ ਲੱਗੀ ਹੈ ਤੇ ਪਿਆਸਾ ਹੋਣ ਕਰਕੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਦਿਨ ਰਾਤ ਨੱਠਾ ਭੱਜਾ ਫਿਰਦਾ, ਪਰ ਪਦਾਰਥਾਂ ਦੇ ਨਾਲ ਪਿਆਸ ਨਹੀਂ ਮਿਟ ਰਹੀ, ਕਿਉਂਕਿ ਉਹ ਤਾਂ ਆਰਜੀ ਤੌਰ 'ਤੇ ਹੈ। ਪਿਆਸ ਤਾਂ ਮਿਟਾਉਣੀ ਨਾਮ ਜਲ ਨੇ, ਬੰਦਗੀ ਭਗਤੀ ਨੇ, ਸਮਝ ਨੇ। ਪਦਾਰਥਾਂ ਦੇ ਨਾਲ ਤਾਂ ਰੱਜ ਹੋਣਾ ਨਹੀਂ, ਮੁੜ ਕੇ ਫਿਰ ਭੁੱਖ ਲੱਗਣੀ ਆ, ਰੱਜਣਾ ਇਸ ਨੇ ਹੈ ਨਹੀਂ। ਇਸ ਦਾ ਸੁਭਾਅ ਹੈ ਸਹਿਸ ਘਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਸਾਨੂੰ ਸਾਰਿਆਂ ਨੂੰ ਪਤਾ ਕਿ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਭ੍ਰਮੰਤਾ। ਦੋਹੋਂ ਭਵਿਸ਼ਤਾ ਤੇ ਜੋ ਮੁਕਤਾ ਸੋਈ ਸਹੇਲਾ ਭਾਲੀ ਹੈ। ਜਿਹਨੂੰ ਸਮਝ ਹੈ ਉਹ ਸੁੱਖ ਜ਼ਿੰਦਗੀ ਦਾ ਲੈ ਸਕਦਾ, ਦੂਸਰਾ ਨਹੀਂ। ਕਹਿੰਦੇ ਹਿਰਨ ਨੱਠਾ ਹੀ ਗਿਆ ਪਾਣੀ ਦੇ ਭੁਲੇਖੇ, ਪਹਿਲਾਂ ਹੀ ਪਿਆਸਾ ਸੀ ਵਿਚਾਰਾ। ਨੱਠਣ ਦੇ ਨਾਲ ਉਹ ਰੇਤਾ ਨਿਕਲ ਜਾਂਦਾ ਤੇ ਪਾਣੀ ਆਉਂਦਾ ਹੀ ਨਹੀਂ, ਅੱਗੇ ਰੇਤ ਹੀ ਰੇਤ ਹੈ। ਬੇਹੋਸ਼ ਹੋ ਕੇ ਡਿੱਗ ਪੈਂਦਾ ਤੇ ਉਹਦੀ ਮੌਤ ਹੋ ਗਈ। ਤਿੰਨ ਪ੍ਰਮਾਣ ਹੋ ਗਏ। ਹੁਣ ਕਾਹਦੇ ਵਾਸਤੇ ਭਾਈ ਗੁਰਦਾਸ ਜੀ ਨੇ ਇਹ ਪ੍ਰਮਾਣ ਦਿੱਤੇ? ਕਹਿੰਦੇ ਜੀਵ ਤੂੰ ਸੁਣ, ਖੁਸ਼ ਨਾ ਹੋ ਉਸ ਤੇਲੀ ਦੇ ਬੌਲਦ ਦੀ ਇਹ ਗੱਲ ਸੁਣ ਕੇ। ਖੁਸ਼ ਨਾ ਹੋ ਜਿਹਦੇ ਕੋਲ ਨਿਗਾਹ ਨਹੀਂ, ਜਿਹਦੀ ਰੱਸੀ ਬੱਚਾ ਖਾਈ ਜਾਂਦਾ ਸੀ। ਖੁਸ਼ ਨਾ ਹੋ ਹਿਰਨ ਦੀ ਇਹ ਚਾਲ ਦੇ ਕੇ ਵੀ ਨੱਠਾ ਗਿਆ, ਉਹਨੂੰ ਪਾਣੀ ਨਹੀਂ ਮਿਲਿਆ, ਬੇਹੋਸ਼ ਹੋ ਕੇ ਡਿੱਗ ਪਿਆ, ਮੌਤ ਹੋ ਗਈ। ਕਹਿੰਦੇ ਤੇਰੀ ਵੀ ਐਸੀ ਹਾਲਤ ਆ। ਤੈਸੇ ਸੁਪਨੰਤਰ ਦਸੰਤਰ ਵਿਹਾਏ ਗਈ। ਕਹਿੰਦੇ ਦਸਾਂ ਦਸ਼ਾਵਾਂ ਵੱਲ ਨੱਠਦੇ ਮਨੁੱਖ ਦੀ ਜ਼ਿੰਦਗੀ ਚਲ ਗਈ, ਖਤਮ ਹੋ ਗਈ। ਕਿਉਂਕਿ ਪਹੁੰਚ ਨਾ ਸਕਿਓ ਤਾਹਾਂ ਮੋਹੇ ਜਾਨੋ ਹੈ। ਪਹੁੰਚਣਾ ਕਿੱਥੇ ਸੀ? ਪਰਮਾਤਮਾ ਦੇ ਚਰਨਾਂ ਤੱਕ। ਸਮਝਣਾ ਸੀ ਇਹ ਕੀ ਲੀਲਾ ਹੈ ਅਕਾਲ ਪੁਰਖ ਪਰਮੇਸ਼ਰ ਦੀ, ਇਹ ਪਰਮੇਸ਼ਰ ਦੀ ਕੀ ਖੇਡ ਹੈ। ਪਰਮਾਤਮਾ ਕਿੱਦਾਂ ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ। ਪਰਮਾਤਮਾ ਨੇ ਸਾਨੂੰ ਆਖਿਆ ਬੜੇ ਪਿਆਰ ਦੇ ਨਾਲ ਵੀ ਜਿਸ ਜਲ ਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਟਿਕੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਇਹ ਚੰਚਲ ਵਿਰਤੀ ਨੱਠਣਾ ਭੱਜਣਾ ਛੱਡ ਦੇ, ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ।
ਰਵਿਦਾਸ ਜੀ ਨੂੰ ਕਹਿਣਾ ਵੀ ਸਾਨੂੰ ਪਤਾ ਲੱਗ ਗਿਆ ਰੱਬ ਤੈਨੂੰ ਮਿਲ ਗਿਆ। ਕਹਿੰਦੇ ਦੱਸੋ। ਕਹਿੰਦੇ ਜੇ ਰੱਬ ਮਿਲ ਗਿਆ ਆ ਜੁੱਤੀਆਂ ਕਾਹਤੇ ਗੰਢੀ ਜਾਂਦਾ। ਰਵਿਦਾਸ ਜੀ ਕਹਿੰਦੇ ਵੀ ਪੁਰਖਾ ਤੈਨੂੰ ਸਮਝ ਨਹੀਂ, ਤੂੰ ਕੀ ਪੁੱਛ ਰਿਹਾ, ਤੈਨੂੰ ਸਵਾਲ ਦਾ ਹੀ ਗਿਆਨ ਨਹੀਂ। ਕਬੀਰ ਜੀ ਨੂੰ ਕਿਹਾ ਵੀ ਕਬੀਰ ਤੂੰ ਆਪਣੀ ਰਸਨਾ ਤੋਂ ਕਹਿ ਰਿਹਾ ਕਿ ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰਕੈ ਤੂੰ ਪਿਆ ਜਾ ਕੋ ਕਹਿਤਾ ਔਰ। ਕਬੀਰ ਜੀ ਕਹਿੰਦੇ ਵੀ ਤੈਨੂੰ ਭੁਲੇਖਾ ਕੋਈ। ਕਹਿੰਦੇ ਪਿਆ ਹੁਣ ਆ ਕੱਪੜੇ ਬੁਣਨ ਦੀ ਖੱਡੀ ਕਾਹਤੇ ਨਹੀਂ ਚੱਕੀ, ਆ ਅੰਬਾਰ ਨਹੀਂ ਲੱਗੇ ਖਾਣੇ ਪੀਣੇ ਦੇ ਵਸਤਰਾਂ ਦੇ, ਵਰਦੀਆਂ ਬੁਰਦੀਆਂ ਤੇਰੀਆਂ ਦਿਖਦੀਆਂ ਨਹੀਂ ਹੈਗੀਆਂ, ਵੱਡਾ ਮਕਾਨ ਨਹੀਂ ਦਿਖਦਾ। ਕਬੀਰ ਜੀ ਕਹਿੰਦੇ ਵੀ ਤੂੰ ਕੀ ਦੇਖਣਾ ਚਾਹੁੰਦਾ। ਕਹਿੰਦੇ ਮੈਂ ਸੁਣਿਆ ਵੀ ਤੁਸੀਂ ਰਸਨਾ ਤੋਂ ਵੀ ਕਿਹਾ ਕਿ ਮੈਨੂੰ ਰੱਬ ਮਿਲ ਗਿਆ। ਕਹਿੰਦੇ ਤੈਨੂੰ ਕੋਈ ਸ਼ੰਕਾ। ਕਹਿੰਦੇ ਸ਼ੰਕਾ ਕਰਕੇ ਤੈਨੂੰ ਪੁੱਛ ਰਿਹਾ, ਤੇਰਾ ਉਹੀ ਜੀਵਨ ਆ। ਕਬੀਰ ਜੀ ਨੇ ਰਵਿਦਾਸ ਵਾਲਾ ਹੀ ਉੱਤਰ ਦਿੱਤਾ ਕਿ ਇਸ ਨੂੰ ਪਤਾ ਹੀ ਨਹੀਂ, ਬਿਨ ਨਾਵੈ ਜਗ ਕਮਲਾ ਫਿਰੈ। ਇਹ ਤਾਂ ਗੁਰਮੁਖ ਨਜ਼ਰੀ ਆਇਆ। ਹਰ ਇੱਕ ਨੂੰ ਨਜ਼ਰ ਨਹੀਂ ਆਉਂਦਾ, ਸੰਸਾਰ ਸਾਨੂੰ ਨਜ਼ਰ ਆਉਂਦਾ। ਅਸੀਂ ਸੰਸਾਰ ਦੀ ਨਿਗਾਹ ਦੇ ਨਾਲ ਹਰ ਇੱਕ ਦਾ ਪੈਮਾਨਾ ਰੱਖਿਆ ਆ ਵੀ ਜਿਹਦੇ 'ਤੇ ਕਿਰਪਾ, ਜਿਹਨੂੰ ਗਿਆਨ ਹੋ ਜਾਂਦਾ ਪਤਾ ਨਹੀਂ ਉਹ ਆਕਾਸ਼ 'ਚ ਰਹਿਣ ਲੱਗ ਪੈਂਦਾ। ਕਿ ਇੰਨਾ ਹੀ ਗਿਆਨ ਨਹੀਂ ਵੀ ਕੀ ਹੈ ਰੱਬ ਦਾ ਮਿਲਾਪ, ਰੱਬ ਦਾ ਮਿਲਣਾ ਕੀ ਹੈ, ਸਮਝ ਕੀ ਹੈ। ਹੁਣ ਉਹਨਾਂ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਸਪਸ਼ਟ ਸ਼ਬਦਾਂ ਦੇ ਵਿੱਚ ਆਖਿਆ। 1248 ਅੰਗ ਤੇ ਸਾਰੰਗ ਰਾਗ ਦੀ ਇਹ ਵਾਰ ਹੈ। ਇਹਦੇ ਵਿੱਚ ਜਿੰਨੀਆਂ ਵੀ ਪੌੜੀਆਂ ਇਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰੀਆਂ ਹੋਈਆਂ। ਸ਼ਲੋਕ ਮਹੱਲਾ ਤੀਜਾ। ਮਨਮੁਖ ਬੋਲ ਨਾ ਜਾਣਨੀ। ਮੈਂ ਪਹਿਲਾ ਸਮਾਂ ਇਸ ਕਰਕੇ ਲਿਆ ਵੀ ਇਹਨਾਂ ਬੋਲਾਂ ਦੀ ਸਮਝ ਆ ਜਾਏ ਸੌਖੇ ਤਰੀਕੇ ਦੇ ਨਾਲ, ਵੀ ਕਿਹੜੀ ਸੋਚ ਵਾਲੇ ਮਨੁੱਖ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬਚਨ ਕੀਤੇ। ਮਨਮੁਖ ਬੋਲ ਨਾ ਜਾਣਨੀ, ਜੋ ਆਪਣੇ ਮਨ ਦੇ ਪਿੱਛੇ ਮਮਤਾ, ਹੰਗਤਾ, ਹੰਕਾਰ ਦੇ ਪਿੱਛੇ, ਜਿਸ ਨੇ ਆਪਣੇ ਆਪ ਨੂੰ ਗਿਆਨੀ, ਧਿਆਨੀ, ਸਿਆਣਾ, ਜੋ ਕੁਝ ਮੈਂ ਹਾਂ ਉਹੀ ਹਾਂ, ਮਹਾਰਾਜ ਜੀ ਕਹਿੰਦੇ ਉਹਨੂੰ ਬੋਲਣਾ ਹੀ ਨਹੀਂ ਆਉਂਦਾ, ਉਹਨੂੰ ਪਤਾ ਹੀ ਨਹੀਂ, ਕਿਉਂਕਿ ਆਪ ਬੋਲਦਾ ਹੀ ਨਹੀਂ। ਕਿਉਂ ਨਹੀਂ ਆਪ ਬੋਲਦਾ? ਕਿਉਂਕਿ ਉਸ ਦੇ ਵਿੱਚ ਬੈਠਾ ਹੰਕਾਰ ਬੋਲਦਾ। ਉਹ ਤਾਂ ਹਉਮੈ ਦੇ ਬੋਲ ਹੈ, ਉਸ ਦੇ ਆਪਣੇ ਬੋਲ ਨਹੀਂ। ਮਨਮੁਖ ਬੋਲ ਨਾ ਜਾਣਨੀ, ਉਹਨੂੰ ਬੋਲਣਾ ਨਹੀਂ ਆਉਂਦਾ। ਤੁਸੀਂ ਕਹੋਗੇ ਵੀ ਉਹ ਤਾਂ ਜਿਹੜੇ ਮਨਮੁਖ ਆ ਜਾਂ ਸ਼ੈਤਾਨ ਬਿਰਤੀ, ਚੰਚਲ ਬਿਰਤੀ ਵਾਲੇ, ਬਹੁਤ ਪੜ੍ਹੇ ਲਿਖੇ ਅਤੇ ਜਿਨ੍ਹਾਂ ਦੇ ਸ਼ਾਸਤਰੀ ਦਿਮਾਗ ਹੈ ਅਤੇ ਉਹ ਬਹੁਤ ਲੈਕਚਰ ਕਰਦੇ ਆ, ਉਹ ਤਾਂ ਬਹੁਤ ਬੋਲਦੇ ਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਬੋਲਤ ਬੋਲਤ ਬੜ੍ਹੈ ਬੇਕਾਰਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਘਚੋਲਾ। ਕਹਿੰਦੇ ਉਹਦੀ ਜ਼ਬਾਨ ਨਹੀਂ ਬੰਦ, ਜ਼ਬਾਨ ਤੋਂ ਤਾਂ ਬਹੁਤ ਬੋਲਦਾ, ਪਰ ਉਹਨੂੰ ਵਡਿਆਈ ਪਰਮਾਤਮਾ ਬਾਰੇ ਬੋਲਾਂ ਦਾ ਪਤਾ ਨਹੀਂ, ਮਿੱਠ ਬੋਲਣ ਦਾ ਸੁਭਾਅ ਦਾ ਪਤਾ ਨਹੀਂ, ਨਿਮਰਤਾ ਭਰੇ ਬੋਲਾਂ ਦਾ ਪਤਾ ਨਹੀਂ, ਅੰਦਰ ਠਹਿਰਾਓ ਤੇ ਟਿਕ ਕੇ ਸਹਿਜ ਅਵਾਤਾ ਦੇ ਵਿੱਚ ਤੇ ਕਿਸ ਤਰ੍ਹਾਂ ਪੂਰੀ ਨਿਮਰਤਾ ਦੇ ਨਾਲ ਪਰਮਾਤਮਾ ਨੂੰ ਅੰਗ ਸੰਗ, ਡਰ ਅਤੇ ਭੈ ਦੇ ਵਿੱਚ ਬੋਲਣਾ, ਉਹ ਬੋਲ ਨਹੀਂ ਉਸ ਨੂੰ ਆਉਂਦਾ। ਬੋਲਤਾ ਦਾ ਹੈ, ਫਿੱਕੇ ਬੋਲ ਬੋਲਦਾ, ਉਹ ਮਿੱਠੇ ਬੋਲ ਨਹੀਂ ਬੋਲਦਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਬੋਲਣਾ ਆਉਂਦਾ, ਪਰ ਜਿਸ ਬੋਲਣ ਵਾਸਤੇ ਪਰਮਾਤਮਾ ਨੇ ਇਹ ਰਸਨਾ ਦਿੱਤੀ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਸਰਵਣ ਹੋ ਮੇਰਿਓ, ਸਾਚੈ ਸੁਣਨੇ ਨੋ
ਪਠਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ। ਬੋਲਦਾ ਰੌਲਾ ਬਹੁਤ ਪਾਉਂਦਾ, ਬਹੁਤ ਉੱਚੇ ਉੱਚੇ, ਪਰ ਉਹਨੂੰ ਬੋਲਣਾ ਇਹ ਨਹੀਂ ਆਉਂਦਾ। ਰੱਬ ਦੀ ਭਾਸ਼ਾ ਦਾ ਨਹੀਂ ਪਤਾ, ਰੱਬ ਦੇ ਬੋਲਾਂ ਦਾ ਨਹੀਂ ਪਤਾ, ਰੱਬ ਦਾ ਡਰ ਭੈ ਉਹਦੇ ਹਿਰਦੇ ਦੇ ਵਿੱਚ ਨਹੀਂ। ਮਹਾਰਾਜ ਜੀ ਕਾਰਨ ਕਹਿੰਦੇ ਉਹਨਾਂ ਅੰਦਰ ਕਾਮ, ਕ੍ਰੋਧ, ਹੰਕਾਰ। ਕ੍ਰੋਧ ਗੁੱਸਾ, ਕਾਮ ਭਰਿਆ ਹੋਇਆ ਕਾਮਨਾ ਦੇ ਨਾਲ ਜਾਂ ਕਾਮ ਵਾਸਨਾ ਦੇ ਨਾਲ, ਹੰਕਾਰ ਬਸ ਮੈਂ ਹੀ ਮੈਂ ਹੀ, ਮੈਂ ਜੋ ਬੋਲਦਾ ਉਹਨੂੰ ਕੋਈ ਉਲਟਾ ਕਿਵੇਂ ਸਕਦਾ। ਅਰਬਾਂ ਲੱਖਾਂ ਕਰੋੜਾਂ ਦੇ ਝਗੜੇ, ਲੜਾਈ, ਕੰਟਰੀਆਂ ਦੇ ਨੁਕਸਾਨ ਹੋਏ ਕੇਵਲ ਹੰਕਾਰ ਕਰਕੇ ਵੀ ਮੈਂ ਜੋ ਕੁਝ ਬੋਲਤਾ ਤੇ ਉਸ ਨੂੰ ਸਮਝਿਆ ਕਿਉਂ ਨਹੀਂ, ਮੇਰਾ ਬੋਲ ਪੂਰਾ ਕਿਉਂ ਨਹੀਂ ਹੋਇਆ, ਉਹਦਾ ਕਾਰਨ ਕੀ ਹੈ। ਬਸ ਉਡਾ ਦਿਓ ਸਭ ਕੁਝ, ਕੇਵਲ ਹੰਕਾਰ। ਮਨਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ, ਕ੍ਰੋਧ, ਅਹੰਕਾਰ। ਅੰਦਰ ਦਾ ਭਾਵ ਹਿਰਦਾ, ਹਿਰਦੇ ਤੋਂ ਭਾਵ ਜਿੱਥੋਂ ਬੋਲ ਬਣਦਾ। ਰਸਨਾ ਤੇ ਤਾਂ ਬੋਲ ਬਹੁਤ ਦੂਰ ਵਾਲੀ ਸਟੇਜ ਹੈ ਜਿੱਥੋਂ ਬੋਲ ਬਾਹਰ ਨਿਕਲਦਾ, ਪਰ ਪਹਿਲਾਂ ਹਾਵ ਭਾਵ ਇਕੱਤਰ ਹੁੰਦੇ ਆ, ਫਿਰ ਬੋਲ ਦੀ ਬਣਤਰ ਹੁੰਦੀ ਹੈ, ਫਿਰ ਸ਼ਬਦ ਬਣਦੇ ਆ, ਫਿਰ ਬੋਲਿਆ ਜਾਂਦਾ। ਭਾਵੇਂ ਇਹ ਸਾਰੀ ਕਿਰਿਆ ਬਹੁਤ ਤੇਜ਼ੀ ਦੇ ਨਾਲ ਹੁੰਦੀ ਆ, ਸਪੀਡ ਨਾਲ ਹੁੰਦੀ ਆ, ਪਰ ਹੁੰਦੀ ਕਿਰਿਆ ਆ। ਕਿਰਿਆ ਦੇ ਹਿਸਾਬ ਦੇ ਨਾਲ ਇਹ ਕੁਝ ਵਾਰ ਨੂੰ ਆਉਂਦਾ ਹੈ। ਮਨਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ, ਕ੍ਰੋਧ, ਅਹੰਕਾਰ। ਕਹਿੰਦੇ ਮਹਾਰਾਜ ਥਾਓ ਕੁਥਾਓ ਨਾ ਜਾਣਨੀ, ਉਹਨੂੰ ਨਾ ਸਤ ਸੰਗਤ ਦਾ ਪਤਾ, ਨਾ ਸੇਵਾ ਦਾ ਪਤਾ, ਨਾ ਸਿਮਰਨ ਦਾ ਪਤਾ, ਨਾ ਪਰਮਾਤਮਾ ਦਾ ਪਤਾ, ਨਾ ਪਰਮਾਤਮਾ ਦੇ ਨਾਮ ਦਾ ਪਤਾ, ਨਾ ਉਹਨੂੰ ਚੰਗੀ ਮਾੜੀ ਦੀ ਥਾਂ ਦਾ ਪਤਾ। ਉਹ ਮਾੜੇ ਥਾਵਾਂ 'ਤੇ ਸਾਰੀ ਜ਼ਿੰਦਗੀ ਗੁਜ਼ਾਰ ਰਿਹਾ ਤੇ ਖੁਸ਼ ਬੜਾ ਹੈ। ਕਸੰਗਤ ਦੇ ਵਿੱਚ ਸਾਰੀ ਜ਼ਿੰਦਗੀ ਬਰਬਾਦ ਕਰਤੀ, ਖੁਸ਼ ਬੜਾ। ਜੂਏ ਅੱਡਿਆਂ ਤੇ ਨਸ਼ਿਆਂ ਦੇ ਕੇਂਦਰਾਂ 'ਤੇ ਲੰਮਾ ਸਮਾਂ ਜ਼ਿੰਦਗੀ ਦਾ ਲਾਤਾ, ਖੁਸ਼ ਬੜਾ, ਬਹੁਤ ਖੁਸ਼ ਪ੍ਰਤੀਤ ਕਰਦਾ। ਉਹ ਜੋ ਸਤਸੰਗਤ ਕਰਦੇ, ਸਿਮਰਨ ਸਾਧਨਾ ਕਰਦੇ, ਸੇਵਾ ਕਰਦੇ, ਉਹ ਉਹਨਾਂ ਨੂੰ ਟੀਚਰਾਂ ਕਰਦਾ, ਉਹ ਮਸ਼ਕਰੀਆਂ ਕਰਦਾ। ਕਹਿੰਦੇ ਇਹਨਾਂ ਨੂੰ ਕੰਮ ਹੀ ਕੋਈ ਨਹੀਂ। ਐਸੀ ਬੁੱਧੀ ਉਸ ਦੀ। ਥਾਓ ਕੁਥਾਓ ਨਾ ਜਾਣਨੀ। ਮਹਾਰਾਜ ਜੀ ਕਿਉਂ? ਸਦਾ ਚਿਤਵੈ ਬੇਕਾਰ। ਉਸਨੇ ਹਰ ਵਕਤ ਬੁਰਾ ਹੀ ਸੋਚਣਾ, ਉਹਦੀ ਬੁਰੀ ਹੀ ਸੋਚ ਹੈ। ਹੁਣ ਜਿਹੋ ਜਿਹੀ ਹਿਰਦੇ ਦੇ ਵਿੱਚ ਸੋਚ ਹੈ, ਉਹੋ ਜਿਹੀ ਮੂੰਹ ਤੋਂ ਬਾਤ ਨਿਕਲਦੀ ਹੈ, ਉਹੀ ਗੱਲ ਨਿਕਲਦੀ ਹੈ। ਲੱਖ ਕੋਈ ਯਤਨ ਕਰੇ ਆਪਣੇ ਅੰਦਰ ਨੂੰ ਛੁਪਾਉਣ ਨੂੰ, ਪਰ ਜੋ ਉਹਦੇ ਅੰਦਰ ਹੈ ਉਹ ਇੱਕ ਦਿਨ ਬਾਹਰ ਆ ਹੀ ਜਾਣਾ। ਇਹ ਜੀਵ ਦੇ ਵੱਸ ਦੀ ਗੱਲ ਨਹੀਂ। ਇਸੇ ਤਰ੍ਹਾਂ ਜੋ ਕੁਛ ਵੀ, ਜਿਸ ਦੇ ਕੋਈ ਵੀ ਗੁਣ ਹੈ, ਉਹ ਲੱਖ ਯਤਨ ਕਰੇ, ਉਹ ਕਿਤੇ ਨਾ ਕਿਤੇ ਸਚਾਈ ਉਹਦੀ ਰਸਨਾ ਤੋਂ ਬਾਹਰ ਆ ਹੀ ਜਾਣੀ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ। ਫਿਰ ਹੁਣ ਇਹ ਸਾਰੀ ਨਿਸ਼ਾਨੀ ਮਨਮੁਖ ਦੀ ਦੱਸ ਕੇ ਨਾ, ਜੀਵਨ ਦੱਸ ਕੇ, ਹੁਣ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਤੀਸਰੀ ਪੰਕਤੀ 'ਚ। ਕਹਿੰਦੇ ਉਹ ਮਨਮੁਖ ਜਨ ਧਿਆਨ ਰੱਖਣ, ਯਾਦ ਰੱਖਣ ਇਸ ਗੱਲ ਦਾ। ਮਹਾਰਾਜ ਜੀ ਕਿਹੜੀ ਗੱਲ ਦਾ? ਕਹਿੰਦੇ ਦਰਗਾਹ ਲੇਖਾ ਮੰਗੀਐ। ਕਹਿੰਦੇ ਦਰਗਾਹ ਦੇ ਵਿੱਚ ਉਹਨਾਂ ਤੋਂ ਸਵਾਸ ਪਾਈ ਦਾ ਪੂਰੀ ਜ਼ਿੰਦਗੀ ਦਾ ਲੇਖਾ ਮੰਗਿਆ ਜਾਣਾ ਉਸ ਦੇ ਕੋਲੋਂ। ਕਿਉਂਕਿ ਨਾਨਕ ਜੀ ਉਪਾਇ ਕੈ ਲਿਖਨਾਵੈ ਧਰਮ ਬਹਾਲਿਆ, ਉਥੈ ਸੱਚੇ ਹੀ ਸੱਚ ਨਿਬੜੈ ਚੁਣ ਵਕ ਕੱਢੇ ਜਜ ਮਾਲਿਆ। ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਚਕ ਚਾਲਿਆ, ਤੇਰੇ ਨਾਏ ਰਤੇ ਸੇ ਜਨ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲਿਆ। ਧਰਮ ਰਾਏ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ। ਦਰਗਹਿ ਲੇਖਾ ਮੰਗੀਐ ਉਥੈ ਹੋਏ ਕੂੜਿਆਰ। ਜ਼ਿੰਦਗੀ ਵੀ ਦੁੱਖਾਂ 'ਚ, ਵਿਸ਼ੇ ਵਕਾਰਾਂ 'ਚ ਗਲਤਾਨ ਰਿਹਾ, ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਰਿਹਾ, ਪਰ ਉਸ ਦੇ ਝੂਠ ਕੂੜ ਵਕਾਰ ਨੇ। ਤੇ ਜਦੋਂ ਦਰਗਾਹ ਦੇ ਵਿੱਚ ਧਰਮ ਰਾਜੇ ਨੇ ਸਜ਼ਾਵਾਂ ਦੇਣੀਆਂ,
ਤੇ ਉਸਨੇ ਰੌਲਾ ਪਾਉਣਾ ਤੇ ਕਿਸੇ ਨੇ ਉਸ ਦੀ ਬਾਂਹ ਨਹੀਂ ਪਕੜਨੀ, ਕਿਸੇ ਨੇ ਨਹੀਂ ਉਸ ਦਾ ਰੌਣਾ ਪਿੱਟ ਸਿਆਪਾ ਸੁਣਨਾ। ਕਿਉਂਕਿ ਜਦੋਂ ਸਵਾਸ ਸੀ, ਸਰੀਰ ਸਗੇ, ਸਤਸੰਗਤ ਕਰ ਸਕਦਾ ਸੀ, ਬਾਣੀ ਸਿਮਰਨ ਸਾਧਨਾ, ਭਾਰੀ ਪਰਿਵਰਤਨ, ਭਾਰੀ ਬਦਲਾਓ ਸੋਚ ਵਿਚਾਰ ਦੇ ਵਿੱਚ ਸੁਣਨ ਤੇ ਬੋਲਣ ਦੇ ਵਿੱਚ ਕਰ ਸਕਦਾ ਸੀ, ਉਦੋਂ ਇਸ ਨੇ ਕੁਝ ਨਹੀਂ ਕੀਤਾ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਪਹਿਲਾਂ ਪਛਤਾਉਣ ਦੀ ਗੱਲੇ ਨਹੀਂ ਕੀਤੀ ਮਹਾਰਾਜ ਜੀ ਨੇ। ਸਤਿਗੁਰੂ ਜੀ ਕਹਿੰਦੇ ਜਦੋਂ ਲੇਖਾ ਜੋਖਾ ਹੋਣਾ, ਹੁਣ ਤੈਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਰ। ਹੁਣ ਜੋ ਕੋ ਤੈਨੂੰ ਵਧੀਆ ਲੱਗਦਾ ਉਹ ਕੁਝ ਕਰਦਾ, ਇਸ ਸਾਰੇ ਨੇ ਜ਼ਹਿਰ ਬਣ ਜਾਣਾ, ਇੰਨਾ ਕੁ ਧਿਆਨ ਰੱਖੀ। ਆਪੇ ਸ੍ਰੇਸ਼ਟ ਉਪਾਇਨ ਆਪ ਕਰੇ ਵਿਚਾਰ। ਹੁਣ ਜਦੋਂ ਇਸ ਡਰ ਨੂੰ ਹਿਰਦੇ 'ਚ ਰੱਖ ਕੇ ਅਰਦਾਸ ਬੇਨਤੀ ਕਰੇਗਾ ਨਾ ਕਿ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ, ਦੁਖ ਵਸਾਰਨ ਸੇਵਿਆ ਸਦਾ ਸਦਾ ਦਾਤਾਰ, ਫਿਰ ਇਸ ਨੂੰ ਪਤਾ ਲੱਗਣਾ ਇਹ ਤਾਂ ਸਾਰੀ ਸ੍ਰਿਸ਼ਟੀ ਦਾ ਮੇਰੇ ਸਮੇਤ ਰੋਜੀ ਦਾ ਦਾਤਾ ਪਰਮਾਤਮਾ ਆਪ ਹੈ। ਇਹ ਤਾਂ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ। ਉਹ ਤਾਂ ਜਾਣ ਕੋ ਦੇਤ ਅਜਾਨ ਕੋ ਦੇਤ, ਉਹ ਤਾਂ ਹਰ ਇੱਕ ਨੂੰ ਦੇ ਰਿਹਾ। ਉਹ ਤਾਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਮੈਂ ਤਾਂ ਉਦਾਂ ਹੀ ਦਾਤਾ ਬਣ ਕੇ ਤੁਰਿਆ ਫਿਰਦਾ ਰਿਹਾ ਵੇ ਮੈਂ ਆਹ ਕੁਝ ਕਰਾਂ ਤਾਂ ਇਹ ਕੁਝ ਹੋਣਾ। ਸਮਝ ਕੀ ਹੈ ਵੇ ਹੁਕਮ ਹੈ ਅੰਦਰ ਸਭ ਕੋ, ਜੋ ਹੋਆ ਹੋਵ ਸੋ ਜਾਣੈ ਪ੍ਰਭ ਆਪਣੇ ਕਾ, ਹੁਕਮ ਪਛਾਨੇ ਆਪੇ ਸ੍ਰਿਸ਼ਟ ਉਪਾਇਨ ਆਪ ਕਰੇ ਵਿਚਾਰ। ਜਿਹੜੀ ਵਿਚਾਰ ਮੈਂ ਕਰ ਰਿਹਾ ਇਹ ਵਿਚਾਰ ਪਰਮਾਤਮਾ ਆਪੇ ਕਰ ਰਿਹਾ। ਪਹਿਲੋਂ ਦੇਤੈ ਰਿਜਕ ਸੰਭਾਹਾ, ਪਿੱਛੋਂ ਦੇਤੈ ਜਾਂਤੇ ਉਪਾਹਾ। ਜੀਵ ਨੂੰ ਬਾਅਦ 'ਚ ਭੇਜਿਆ, ਇਹਦੀ ਰੋਜੀ ਪਹਿਲਾਂ ਭੇਜੀ ਪਰਮਾਤਮਾ ਨੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਨਾਨਕ ਕਿਸਨੋਂ ਆਖੀਐ, ਸਭ ਵਰਤੈ ਆਪ ਸਚਿਆਰ। ਬਿਲਕੁਲ ਜੀਵ ਫਰੀ ਹੋ ਗਿਆ। ਅਕਾਲ ਪੁਰਖ ਪਰਮਾਤਮਾ ਜਦ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਦ ਜਿਵ ਜਿਵ ਹੁਕਮ ਤਿਵੈ ਤਿਵਕਾਰ, ਜਦ ਉਦਮ ਮਤ ਪ੍ਰਭ ਅੰਤਰ ਜਾਮੀ। ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਬਜਾਵੈ ਤੰਤੀ, ਤਿਉ ਬੱਜ ਹੈ ਜੰਤ ਜਨਾ। ਕਿੱਥੇ ਹੰਕਾਰ ਰਹਿ ਜਾਊਗਾ? ਕਿਉਂਕਿ ਗਿਆਨ ਦੇ ਨਾਲ ਹੰਕਾਰ ਦਾ ਨਾਸ ਹੁੰਦਾ। ਹਉ ਮੈਂ ਬੁੱਝੈ ਤਾਂ ਦਰ ਸੁਝੈ। ਪਹਿਲਾਂ ਦੇਖੇ ਮਹੱਲਾ ਤੀਜਾ ਅਗਲੇ ਬਚਨ 'ਚ। ਹੁਣ ਗੁਰਮੁਖ ਦੀ ਗੱਲ ਕਰਦੇ। ਹਰ ਗੁਰਮੁਖ ਤਿਨੀ ਆਰਾਧਿਆ। ਪਹਿਲੇ ਸ਼ਲੋਕ 'ਚ ਮਨਮੁਖ ਦੀ ਗੱਲ, ਦੂਸਰੇ ਸ਼ਲੋਕ ਦੇ ਵਿੱਚ ਗੁਰਮੁਖ ਦੀ ਗੱਲ। ਹਰ ਗੁਰਮੁਖ ਤਿਨੀ ਆਰਾਧਿਆ, ਜਿਨ ਕਰਮ ਪ੍ਰਾਪਤ ਹੋਏ। ਤੇ ਸਤ ਸੰਗਤ ਕਰਨ ਵਾਲੇ, ਸਿਮਰਨ ਸਾਧਨਾ ਸੇਵਾ ਕਰਨ ਵਾਲੇ, ਗਿਆਨ ਧਿਆਨ ਸੁਣਨ ਤੇ ਸੁਣਾਉਣ ਵਾਲੇ, ਕਿਤੇ ਇਸ ਰੂਪ ਦਾ ਹੰਕਾਰ ਨਾ ਕਰ ਲੈਣ, ਇਸ ਗਿਆਨ ਧਿਆਨ ਦਾ ਹੰਕਾਰ ਨਾ ਕਰ ਲੈਣ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਪਰਮਾਤਮਾ ਕਿਰਪਾ ਕਰਕੇ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਇਹ ਪਰਮਾਤਮਾ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਸਾਹਿਬ ਹੋਏ ਦਿਆਲ ਕਿਰਪਾ ਕਰੇ, ਤਾ ਸਾਈ ਕਾਰ ਕਰਾਏ ਸੀ। ਹਉਮੈ ਹੰਕਾਰ ਤੋਂ ਕਿੱਡਾ ਵੱਡਾ ਬਚਾਅ ਕਰਤਾ ਗੁਰੂ ਅਮਰਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ। ਨਾਨਕ ਹਉ ਬਲਿਹਾਰੀ ਤਿੰਨ ਕੋ, ਜਿਨ ਹਰ ਮਨ ਵਸਿਆ ਸੋਏ। ਕਹਿੰਦੇ ਮੈਂ ਵੀ ਉਹਨਾਂ ਦੇ ਬਾਰਨੇ ਬਲਿਹਾਰ ਕੁਰਬਾਨ ਜਾਨਾ, ਜਿਨ੍ਹਾਂ ਨੇ ਸ਼ਬਦ ਨੂੰ ਪੜ੍ਹ ਕੇ ਸੁਣ ਕੇ ਮੰਨ ਕੇ ਨਿਧ ਆਸਣ ਐਸੀ ਆਤਮਕ ਅਡੋਲ ਅਵਸਥਾ ਪ੍ਰਾਪਤ ਕਰ ਲਈ ਬੇ ਕਣ ਕਣ ਦੇ ਵਿੱਚ ਘਟ ਘਟ ਦੇ ਵਿੱਚ ਜੋ ਕੁਝ ਹੋ ਰਿਹਾ, ਜੋ ਪਿੱਛੇ ਹੋਇਆ, ਜੋ ਹੋਵੇਗਾ, ਇਹ ਸਭ ਕੁਝ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਕਰਨ ਕਰਾਵਣ ਹਾਰ ਪ੍ਰਭ। ਕਰਨ ਕਰਾਵਣ ਕਰਨਾ ਜੋਗ।
ਜੋ ਤਿਸ ਭਾਵੈ ਸੋਈ ਹੋਗ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪੌੜੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ, ਕਹਿੰਦੇ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ। ਹਰ ਇੱਕ ਜੀਵ ਨੇ ਜੀਵਨ ਦੀ ਆਸ ਰੱਖੀ ਵੀ ਜੀਵਨ ਨੂੰ ਸੱਚ ਜਾਣ ਲਿਆ, ਸੰਸਾਰ ਨੂੰ ਸੱਚ ਜਾਣ ਲਿਆ। ਹੁਣ ਜਦੋਂ ਝੂਠ ਨੂੰ ਸੱਚ ਜਾਣ ਲਈਏ ਫਿਰ ਸੱਚ ਨੂੰ ਕੀ ਆਖਾਂਗੇ? ਜਦੋਂ ਝੂਠ ਨੂੰ ਕਹਿ ਦਈਏ ਵੀ ਇੱਕ ਅਟੱਲ ਸੱਚਾਈ ਆ ਤੇ ਜਿਹੜਾ ਹੈ ਸੱਚ ਤੇ ਉਹ ਆਪੇ ਝੂਠ ਬਣ ਗਿਆ। ਹੁਣ ਜੋ ਸੱਚ ਹੈ ਪਰਮਾਤਮਾ, ਜੋ ਅਟੱਲ ਇੱਕ ਨਿਯਮ ਹੈ ਪਰਮੇਸ਼ਰ ਦਾ, ਵੀ ਜੋ ਆਇਆ ਇਸ ਨੇ ਚਲੇ ਜਾਣਾ, ਚਲੇ ਹੀ ਨਹੀਂ ਜਾਣਾ। ਨਾ ਕੋਊ ਲੈ ਆਇਓ ਇਹੋ ਤਨ, ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਧਿਕ ਛਤਰਪਤ ਖਿਨ ਮੈਂ ਗਏ ਬਿਲਾਤ। ਜਦੋਂ ਆਇਆ ਕੱਪੜੇ ਫਿਰ ਵੀ ਕਿਸੇ ਨੇ ਪਾਏ, ਜਦੋਂ ਇਹ ਸੰਸਾਰ ਤੋਂ ਗਿਆ, ਜੇ ਕਿਰਿਆ ਹੋ ਗਈ ਇਹਦੀ ਸੰਸਕਾਰ ਦੀ ਪੂਰੀ, ਤੇ ਫਿਰ ਵੀ ਇਹ ਕਰਮ ਕਿਸੇ ਨੇ ਕਰਨੇ ਤੇ ਕੱਪੜੇ ਵੀ ਕਿਸੇ ਨੇ ਪਾਉਣੇ। ਜੋ ਸੈਂਟਰ ਵਾਲਾ ਸਮਾਂ ਜ਼ਿੰਦਗੀ ਦਾ, ਭਾਵੇਂ 100 ਸਾਲ, ਭਾਵੇਂ 150 ਸਾਲ, ਭਾਵੇਂ 90 ਸਾਲ, ਉਸ ਜੀਵਨ ਦੀ ਕਾਣੀ ਕੌਡੀ ਕੀਮਤ ਨਹੀਂ ਰਹਿਣੀ ਜੇ ਉਸ ਜੀਵਨ ਦੇ ਵਿੱਚ ਭਜਨ, ਬੰਦਗੀ, ਸਿਮਰਨ, ਸਾਧਨਾ, ਸਤਸੰਗਤ, ਪਰਮਾਤਮਾ ਦੀ ਯਾਦ ਨਹੀਂ। ਕਹਿੰਦੇ ਇਸ ਨੇ ਜੀਵਨ ਨੂੰ ਸੱਚ ਜਾਣ ਲਿਆ, ਇਹ ਆਸਾ ਕਰਕੇ ਜੀ ਰਿਹਾ। ਨਿਤ ਜੀਵਨ ਕੋ ਚਿੱਤ ਗੜ ਮੰਡਪ ਸਵਾਰਿਆ। ਹਰ ਵਕਤ ਛੋਟੇ ਤੋਂ ਵੱਡਾ ਘਰ, ਵੱਡੇ ਤੋਂ ਵੱਡਾ ਘਰ। ਹੁਣ 4 ਪੈਸੇ ਆ ਗਏ, ਕੁਝ ਹੋਰ ਲਾ ਲਈਏ, ਕੋਈ ਗੱਡੀਆਂ ਵੱਡੀਆਂ, ਕੋਈ ਜ਼ਮੀਨ ਜਾਇਦਾਦ, ਕੋਈ ਟਾਪੂ ਖਰੀਦ ਲਈਏ, ਕੋਈ ਦੇਸ਼ ਖਰੀਦ ਲਈਏ, ਬਸ ਉਧਰੇ ਤੋਰੇ। ਇਹਨੂੰ ਪਤਾ ਨਹੀਂ ਕੋਠੇ ਮੰਡਪ ਮਾੜੀਆਂ, ਪਾਸੋ ਚਿਤ ਵੀ ਆ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਕੋਈ ਖਿਆਲ ਨਹੀਂ ਇਸ ਨੂੰ। ਬਲਵੰਚ ਕਰ ਉਪਾਵ ਮਾਇਆ ਹਿਰ ਆਣਿਆ। ਮਾਇਆ ਦੀ ਪ੍ਰਾਪਤੀ ਵਾਸਤੇ ਕੁਛ ਵੀ ਇਸ ਨੂੰ ਉੱਪਰ ਥੱਲੇ, ਝੂਠ ਹੇਰਾ ਫੇਰੀ, ਝੂਠ ਸੱਚ ਬੋਲਣਾ ਪਵੇ, ਸਭ ਕੁਝ ਕਰਨ ਵਾਸਤੇ ਤਿਆਰ। ਇਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹੈ। ਬਲਵੰਚ ਕਹਿੰਦਾ ਛਲ, ਕਪਟ, ਹੇਰ ਫੇਰ ਨੂੰ, ਕਿਸੇ ਵੀ ਕਾਰਨਾ ਕਰਕੇ ਕਿਸੇ ਚੀਜ਼ ਨੂੰ ਹਥਿਆਉਣਾ ਮਾਇਆ ਦੀ ਪ੍ਰਾਪਤੀ ਵਾਸਤੇ। ਕਹਿੰਦੇ ਧਿਆਨ ਰੱਖਿਓ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਮ ਕਾਲ ਨਿਹਾਲੇ ਸਾਸ। ਜਿਹੜੇ ਜੰਮਿਆ ਨਾ, ਤੇਰਾ ਇੱਕ ਇੱਕ ਸਵਾਸ ਗਿਣ ਰਹੇ ਆ। ਤੂੰ ਤਾਂ ਮਾਇਆ ਗਿਣ ਰਿਹਾ ਨਾ, ਕਿੰਨੇ ਬਣ ਗਏ, ਕਿੰਨੀ ਪ੍ਰੋਫਿਟ, ਕਿੰਨਾ ਘਾਟਾ, ਕਿੰਨਾ ਵਾਧਾ, ਕਿੰਨਾ ਜਮਾ ਤੇ ਕਿੰਨੀ ਕਿਸੇ ਨੂੰ ਦਿੱਤੀ, ਕਿੰਨੇ ਕਿਸੇ ਤੋਂ ਲੈਣੀ। ਕਹਿੰਦੇ ਇੱਕ ਹੋਰ ਮਨੀਮ ਵੀ ਬੈਠਾ ਤੇਰੇ ਸਿਰ ਤੇ। ਕਹਿੰਦੇ ਜਿਹੜਾ ਜੰਮ ਕਾਲ ਹੈ ਤੇਰਾ ਇੱਕ ਇੱਕ ਸਵਾਸ ਗਿਣ ਰਿਹਾ। ਵੀ ਜਦੋਂ ਸਵਾਸ ਪੂਰੇ ਹੋ ਗਏ ਫਿਰ ਕਾਲ ਅਹੇਰੀ ਫਿਰੇ ਬਦਕ, ਜਿਉਂ ਕਹੋ ਕਵਣ ਬਿਦ ਕੀਜੈ, ਉਹਨੇ ਸ਼ਿਕਾਰੀ ਵਾਂਗੂ ਤੈਨੂੰ ਝਪਟ ਲੈਣਾ, ਇੱਕ ਨਹੀਂ ਗਿਣ ਦੇਣਾ। ਜਮ ਕਾਲ ਨਿਹਾਲੇ ਸਾਸ ਆਪ ਘਟੈ ਬੇਤਾਲਿਆ। ਕਹਿੰਦੇ ਇਹਦੀ ਜ਼ਿੰਦਗੀ ਬਿਲਕੁਲ ਬਰਬਾਦ ਚੱਲ ਗਈ। ਜਿਸ ਤਰ੍ਹਾਂ ਜਿਨ੍ਹਾਂ ਨੂੰ ਰਾਗ ਦਾ ਗਿਆਨ ਹੈ ਨਾ, ਤੇ ਜੇ ਕੋਈ ਸੁਰ ਬੇਤਾਲੀ ਸੁਰ ਕੋਈ ਹੋਵੇ ਤੇ ਗਾਉਣ ਵਾਲੇ ਦੀ ਆਵਾਜ਼ ਕਿਤੇ ਹੋਵੇ, ਰਾਗ ਕੋਈ ਹੋਵੇ, ਤਬਲੇ ਵਾਲਾ ਤਾਲ ਕਿਹੜਾ ਹੋਰ ਵਜਾਉਂਦਾ ਹੋਵੇ, ਤੇ ਬਸੁਰਾ ਹੋ ਜਾਵੇ ਤੇ ਇੱਕ ਦੂਜੇ ਨੂੰ ਅੱਖਾਂ ਕੱਢਦੇ ਆ, ਕਹਿੰਦੇ ਤੂੰ ਬਸੁਰਾ ਜਾ ਰਿਹਾ, ਬੇਤਾਲਿਆ। ਨਾਨਕ ਗੁਰ ਸਰਨਾਈ ਉਬਰੇ, ਹਰ ਗੁਰ ਰਖਵਾਲਿਆ। ਅਖੀਰਲੀ ਪੰਕਤੀ ਕਹਿੰਦੇ ਇੱਕੋ ਇੱਕ ਦਰ ਹੈ ਅਕਾਲ ਪੁਰਖ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ। ਇਹ ਸਤ ਸੰਗਤ ਹੈ, ਅਗਰ ਤੂੰ ਪਹੁੰਚ ਜਾਵੇਂਗਾ ਨਾ ਤਾਂ ਤੇਰਾ ਬਚਾਅ ਹੋ ਸਕਦਾ। ਗੁਰੂ ਤੇਰੀ ਬਾਂਹ ਪਕੜ ਲਵੇਗਾ ਤੇ ਤੇਰਾ ਲੋਕ ਪਰਲੋਕ ਦਾ ਸਹਾਈ ਬਣ ਜਾਵੇਗਾ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ। ਹੋਈਆਂ ਗਲਤੀਆਂ ਦੀ ਖਿਮਾ। ਜਮ ਕਾਲ ਨਿਹਾਲੇ ਸਾਸ, ਆਪ ਘਟੈ ਬੇਤਾਲਿਆ। ਨਾਨਕ ਗੁਰ ਸਰਨਾਈ ਉਬਰੇ, ਹਰ ਗੁਰ ਰਖਵਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।